माधो जल की प्यास न जाए, जल में अगन उठी अधिकाए। रहो तू जल निद हों जल का मीन, जल में रहूं जलै बिन खीन। तू पिंजर हों सुवटा तोर, जम मंजार कहा करे मोर। तू तरवर हों पंखी आए, मंद भागी तेरो दर्शन नाय। तू सतगुर हों नौ तन चेला, कह कबीर मिल अंत की बेला। वाहिगुरु जी का खालसा, वाहिगुरु जी की फतेह। भगत जਨਾਂ ने अपनी पवित्र बाणी द्वारा अपना अनुभव, अपना प्रभु प्रति प्यार ਅਤੇ ਪ੍ਰਭੂ ਨਾਲ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹਨ, ਉਹ ਇਸ ਬਾਣੀ ਵਿੱਚੋਂ, ਇਹਨਾਂ ਸ਼ਬਦਾਂ ਵਿੱਚੋਂ ਡੁੱਲ ਡੁੱਲ ਕੇ ਪੈਂਦੀਆਂ। ਪਰ ਇਹ ਕਦੋਂ ਪਤਾ ਲੱਗੇਗਾ? ਜਦੋਂ ਅਸੀਂ ਬਾਣੀ ਨੂੰ ਸਮਝ ਕੇ ਪੜ੍ਹਾਂਗੇ। ਅਤੇ ਜੇ ਸਿਰਫ ਅਸੀਂ ਗਿਣਤੀ ਮਿਣਤੀ ਦਾ ਪਾਠ ਕਰਾਂਗੇ ਵੀ ਇੰਨੇ ਘੰਟਿਆਂ ਵਿੱਚ ਇੰਨੇ ਪੱਤਰੇ ਪਾਠ ਕਰਨੇ, ਫਿਰ ਇਹ ਰਸ ਨਹੀਂ ਮਾਣਿਆ ਜਾ ਸਕਦਾ। ਫਿਰ ਬਾਣੀ ਨੂੰ ਗੁਰੂ ਕਹਿਣ ਦਾ ਵੀ ਕੋਈ ਤੁਕ ਨਹੀਂ ਰਹਿੰਦਾ। ਗੁਰੂ ਦਾ ਮਤਲਬ ਹੈ ਜਿਸ ਦੇ ਬੋਲ ਸੁਣ ਕੇ ਸਾਡੀ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਏ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏ। ਸੱਚਮੁੱਚ ਜਦੋਂ ਮੈਂ ਪਾਠ ਸਮਝ ਕੇ ਰਸ ਲੈ ਕੇ ਕਰਦਾ ਤੇ ਐਸਾ ਪ੍ਰਤੀਤ ਹੁੰਦਾ ਕਿ ਜਿਵੇਂ ਭਗਤ ਜੀ ਨੇ ਪਰਮੇਸ਼ਵਰ ਨਾਲ ਗੱਲਾਂ ਕੀਤੀਆਂ ਨੇ, ਸਾਡੀ ਵੀ ਗੱਲ ਹੋ ਰਹੀ ਹੈ। ਟੀਕਾਕਾਰਾਂ ਨੇ ਬੜੀ ਮਿਹਨਤ ਕੀਤੀ ਹੈ, ਵਿਸ਼ੇਸ਼ ਕਰਕੇ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਵਿਸਰਾਮ ਦੇ ਕੇ ਗੁਰਬਾਣੀ ਦੇ ਨਿਯਮ ਸਮਝਾ ਕੇ ਬਈ ਇੱਥੇ ਸੰਬੋਧਨ ਕਰਨਾ ਹੈ, ਇੱਥੇ ਸੰਬੰਧ ਕੀ ਹੈ, ਇੱਥੇ ਨਾਊਨ ਹੈ, ਇੱਥੇ ਪੁਲਿੰਗ ਹੈ, ਇੱਥੇ ਇੱਕ ਵਚਨ ਹੈ, ਇੱਥੇ ਬਹੁ ਵਚਨ ਹੈ। ਇਹਨਾਂ ਗੱਲਾਂ ਨੂੰ ਸਮਝ ਕੇ ਜਦੋਂ ਪਾਠ ਕਰਾਂਗੇ, ਮੇਰੇ ਖਿਆਲ ਵਿੱਚ ਅਰਥ ਸਮਝਣ ਵਿੱਚ ਕੋਈ ਬਹੁਤੀ ਮੁਸ਼ਕਲ ਨਹੀਂ ਆਏ। ਤੋ ਇਹ ਸ਼ਬਦ ਜਿਸ ਦਾ ਸਿਰਲੇਖ ਹੈ ਗੌੜੀ ਕਬੀਰ ਜੀ, तो गौड़ी राग का नाम है, कबीर जी का उच्चारण किया शब्द। माधो जल की प्यास न जाए। हुण माधो शब्द बाणी विच परमात्मा लई अनेक वारी आया। जे ध्यानपूर्वक असीं इसके अर्थ समझ लवांगे तो जिथे भी माधो आएगा, हाँ ਸਪੈਲਿੰਗ ਥੋੜ੍ਹੇ ਬਦਲ ਸਕਦੇ ਨੇ। ਜਿਵੇਂ ਇੱਥੇ ਮੰਮੇ ਨੂੰ ਮਾਂ ਕਰਨਾ ਧੱਦਾ, ਊੜੇ ਨੂੰ ਔਂਕੜ ਮਾਧੋ ਹੈ। ਕਿਧਰੇ ਮੰਮੇ ਨੂੰ ਮਾਂ ਕਰਨਾ ਧੱਦੇ ਨੂੰ ਕਨੌੜਾ ਵੀ ਮਾਧੋ ਹੈ। ਤੋ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਗਾ। ਇੱਥੇ ਅਸੀਂ ਮਾਧੋ 'ਤੇ ਰੁਕਾਂਗੇ। ਇਹਦਾ ਮਤਲਬ ਉਸ ਮਾਇਆਪਤੀ ਪਰਮਾਤਮਾ ਨੂੰ ਸੰਬੋਧਨ ਕੀਤਾ। ਮਾਂ ਕਹੀਏ ਮਾਇਆ, ਧੋ ਕਹੀਏ ਖਸਮ, ਪਤੀ ਆਸਰਾ। ਭਗਤ ਕਬੀਰ ਜੀ ਪਰਮੇਸ਼ਵਰ ਨਾਲ ਗੱਲ ਕਰ ਰਹੇ। ਮਾਧੋ ਜਲ ਕੀ ਪਿਆਸ ਨ ਜਾਏ। ਹੁਣ ਜਲ ਦਾ ਆਖਰੀ ਅਰਥ ਜਲ ਹੈ, ਪਰ ਇੱਥੇ ਕਿਹੜਾ ਜਲ ਹੈ? ਇੱਥੇ ਹੈ ਪਰਮਾਤਮਾ ਦੇ ਨਾਮ ਦਾ ਜਲ। ਹੇ ਪ੍ਰਭੂ, ਹੁਣ ਮੇਰੇ ਅੰਦਰ ਤੇਰੇ ਨਾਮ ਰੂਪੀ ਜਲ ਨੂੰ ਪੀਣ ਦੀ ਇੱਛਾ ਹੈ, ਔਰ ਇਹ ਪਿਆਸ ਜਾਂਦੀ ਨਹੀਂ। ਪਾਵੇ ਨਿਰੰਤਰ ਇੱਕ ਰਸ ਲੱਗੇ। ਮਾਧੋ
जल की प्यास न जाए, जल में अगन उठी अधकाए। ਤੁਹਾਡਾ ਨਾਮ ਪੀਂਦਿਆਂ ਪੀਂਦਿਆਂ, ਨਾਮ ਜਪਦਿਆਂ ਜਪਦਿਆਂ ਅਗਨ, ਹੁਣ ਅਗਨ ਦੇ ਅਰਥ ਤੇ ਅੱਗ ਹੀ ਹਨ, ਪਰ ਅੱਗ ਵੀ ਕਈ ਤਰ੍ਹਾਂ ਦੀ। ਕਿਸੇ ਚੀਜ਼ ਦੀ ਪ੍ਰਾਪਤੀ ਦੀ ਜੋ ਤਾਂਘ ਹੈ, ਜੋ ਤਮੰਨਾ ਹੈ, ਜੋ ਇੱਛਾ ਹੈ, ਉਹਨੂੰ ਅਗਨ ਕਿਹਾ। ਜਲ ਮੈਂ ਅਗਨ ਉੱਠੀ ਅਧਕਾਏ। ਹੁਣ ਨਾਮ ਜਪਦਿਆਂ ਜਪਦਿਆਂ ਜਪਣ ਦੀ ਤਾਂਘ ਉੱਠੀ, ਪੈਦਾ ਹੋ ਗਈ, ਅਧਿਕਾਏ, ਬਹੁਤ ਜ਼ਿਆਦਾ। ਕਿਉਂਕਿ ਕੁਦਰਤੀ ਗੱਲ ਹੈ। ਆ ਹੁਣੇ ਹੁਣੇ ਇੱਕ ਬੀਬਾ ਜੀ ਦਾ ਫੋਨ ਆ ਰਿਹਾ ਸੀ। ਮੈਨੂੰ ਬਾਣੀ ਨਾਲ ਬਹੁਤ ਪਿਆਰ ਹੈ, ਮੈਂ ਬਾਣੀ ਪੜ੍ਹਦੀ ਹਾਂ ਪਰ ਮੈਨੂੰ ਭੁੱਲ ਜਾਂਦੀ। ਹੁਣ ਹਰ ਇੱਕ ਦੀ ਅਵਸਥਾ ਆਪਣੀ ਆਪਣੀ ਹੈ, ਪਰ ਉਸਦਾ ਜਵਾਬ ਤਾਂ ਦੇਣਾ ਪਵੇ। ਮੈਂ ਕਿਹਾ ਜੀ, ਜਿਹੜੀ ਚੀਜ਼ ਪਿਆਰੀ ਲੱਗਦੀ ਹੋਵੇ ਉਹ ਤੇ ਨਹੀਂ ਭੁੱਲਦੀ। ਇਹਦਾ ਮਤਲਬ ਸਾਡੇ ਪਿਆਰ ਵਿੱਚ ਕਿਧਰੇ ਕਸਰ ਹੈ। ਸ਼ਾਇਦ ਮੈਂ ਕਈ ਵਾਰੀ ਕਥਾ ਕਰਦਿਆਂ ਇਹ ਗੱਲ ਸੁਣਾਈ ਹੈ ਕਿ ਬੰਗਲਾ ਸਾਹਿਬ ਕਥਾ ਕਰਕੇ ਹਟਿਆ, ਇੱਕ ਨੌਜਵਾਨ ਮੈਨੂੰ ਪਿਆਰ ਨਾਲ ਹੱਥ ਫੜ ਕੇ ਇੱਕ ਪਾਸੇ ਲੈ ਗਈ। ਆਂਦਾ, ਬਾਬਾ ਜੀ ਮੈਂ ਬਾਣੀ ਯਾਦ ਕਰਨੀ ਚਾਹੁੰਦਾ, ਮੈਨੂੰ ਹੁੰਦੀ ਨਹੀਂ। ਤੁਹਾਨੂੰ ਬੜੀ ਬਾਣੀ ਯਾਦ ਹੈ। ਤੁਸੀਂ 1 ਘੰਟਾ ਹੁਕਮਨਾਮੇ ਦੀ ਕਥਾ ਕੀਤੀ ਹੈ, ਨਾ ਤੁਸੀਂ ਕੋਈ ਕਾਪੀ ਦੇਖੀ, ਨਾ ਕਿਤਾਬ ਦੇਖੀ, ਤੁਸੀਂ ਬਸ ਬਾਣੀ ਪੜ੍ਹੀ ਗਏ। ਮੈਂ ਤੁਹਾਡੇ ਮੂੰਹੋਂ ਬਾਣੀ ਸੁਣ ਸੁਣ ਕੇ ਹੈਰਾਨ ਹਾਂ ਕਿ ਤੁਹਾਨੂੰ ਇੰਨੀ ਬਾਣੀ ਕਿਵੇਂ ਯਾਦ ਹੈ। ਸਵਾਲ ਉਹਦਾ ਠੀਕ ਹੈ, ਇਹ ਜਗਿਆਸਾ ਹੈ। ਹੁਣ ਉਹਦਾ ਅਗਲਾ ਪ੍ਰਸ਼ਨ ਸੀ ਕਿ ਤੁਸੀਂ ਕੋਈ ਯਾਦਾਸ਼ਤ ਵਧਾਉਣ ਵਾਲੀ ਮੈਡੀਸਨ, ਕੋਈ ਟੌਨਿਕ, ਕੋਈ ਦਵਾਈ ਵਰਤਦੇ ਹੋ? ਹੁਣ ਜੇ ਤਾਂ ਮੈਂ ਕੋਈ ਦਵਾਈ ਵਰਤਦਾ ਹੋਵਾਂ ਯਾਦਾਸ਼ਤ ਯਾਦ ਕਰਨ ਦੀ, ਤੇਜ਼ ਕਰਨ ਦੀ, ਫਿਰ ਤਾਂ ਮੈਂ ਦੱਸ ਦਿਆਂ, ਪਰ ਮੈਂ ਤਾਂ ਵਰਤਦਾ ਨਹੀਂ। ਪਰ ਮੈਂ ਆਪਣੇ ਸਮਰੱਥ ਗੁਰੂ ਜੀ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਹੇ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੋ ਤਾਂ ਜੋ ਮੈਂ ਇਸ ਜਗਿਆਸੂ ਦਾ ਸਵਾਲ ਦਾ ਜਵਾਬ ਦੇ ਸਕਾਂ। ਮੇਰਾ ਗੁਰੂ ਬੜਾ ਸਮਰੱਥ। ਉਸੇ ਵੇਲੇ ਮੈਨੂੰ ਜਵਾਬ ਆ ਗਿਆ। ਮੈਂ ਕਿਹਾ, ਬੇਟਾ ਇਹ ਦੱਸ, ਜੇ ਤੂੰ ਕਿਸੇ ਕੋਲੋਂ ਪੈਸੇ ਲੈਣੇ ਹੋਣ ਤੈਨੂੰ ਭੁੱਲ ਜਾਂਦੇ ਨੇ? ਕਹਿੰਦਾ, ਜੀ ਨਹੀਂ। ਮੈਂ ਕਿਹਾ, ਜੇ ਤੈਨੂੰ ਕੋਈ ਗੁੱਸੇ ਵਿੱਚ ਆ ਕੇ ਅਪਸ਼ਬਦ ਕਹੇ, ਗਾਲੀ ਕਹੇ, ਫਿੱਕਾ ਬੋਲ ਕਹੇ, ਤੈਨੂੰ ਭੁੱਲ ਜਾਂਦਾ? ਕਹਿੰਦਾ, ਨਹੀਂ ਜੀ। ਉਹ ਤਾਂ ਅਸੀਂ ਕਹਿੰਦੇ ਸਾਰੀ ਉਮਰ ਯਾਦ ਰੱਖਾਂਗੇ, ਤੂੰ ਮੈਨੂੰ ਗਾਲ ਕੱਢੀ ਸੀ। ਜਦੋਂ ਉਹਨੇ ਦੋਵੇਂ ਗੱਲਾਂ ਮੰਨ ਲਈਆਂ, ਮੈਂ ਕਿਹਾ, ਜੀ ਯਾਦਾਸ਼ਤ ਤੇ ਤੁਹਾਡੀ ਠੀਕ ਹੈ, ਕਿਉਂਕਿ ਯਾਦਾਸ਼ਤ ਦਾ ਕੰਮ ਹੈ ਯਾਦ ਕਰਨਾ, ਯਾਦ ਰੱਖਣਾ। ਨਾ ਤੁਹਾਨੂੰ ਪੈਸੇ ਭੁੱਲਦੇ ਨੇ, ਨਾ ਤੁਹਾਨੂੰ ਗਾਲਾਂ ਭੁੱਲਦੀਆਂ। ਇਹਦਾ ਮਤਲਬ ਜਿਹੜੀ ਚੀਜ਼ ਨਾਲ ਤੁਸੀਂ ਪਿਆਰ ਕਰੋਗੇ ਉਹ ਤੁਹਾਨੂੰ ਨਹੀਂ ਭੁੱਲੇਗੀ। ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਹੁਣ ਮੈਨੂੰ ਤੇਰੇ ਨਾਮ ਵਿੱਚੋਂ ਰਸ ਆਇਆ, ਔਰ ਇਹ ਰਸ ਹੁਣ ਮੁੱਕਦਾ ਨਹੀਂ। ਜੀ ਕਰਦਾ ਮੈਂ ਇਸ ਨੂੰ ਪੀਤੀ ਜਾਵਾਂ, ਪੀਤੀ ਜਾਵਾਂ, ਪੀਤੀ ਜਾਵਾਂ। ਗੁਰਬਾਣੀ ਗੁਰੂ ਜੀ ਕਹਿੰਦੇ ਨੇ, ਇਹ ਰਸ ਛਾਡੇ ਉਹ ਰਸ ਆਵਾ। ਜਦੋਂ ਅਸੀਂ ਸੰਸਾਰ ਦੇ ਰਸਾਂ ਕਸਾਂ ਨੂੰ ਛੱਡਾਂਗੇ, ਜਦੋਂ ਅਸੀਂ ਨਿੰਦਿਆ ਚੁਗਲੀ ਬਖੀਲੀ ਛੱਡਾਂਗੇ, ਫਿਰ ਉਹ ਰਸ ਆਏਗਾ। ਪਰ ਅਸੀਂ ਛੱਡਣ ਲਈ ਤਿਆਰ ਨਹੀਂ। ਹੱਥ ਵਿੱਚ ਨਿਤਨੇਮ ਦਾ ਗੁਟਕਾ ਹੈ, ਸਾਹਮਣੇ ਬਾਣੀ ਦੀ ਪੋਥੀ ਹੈ, ਪਾਠ ਵੀ ਕਰ ਰਹੇ ਹਾਂ, ਪਰ ਨਾਲ ਦੀ ਨਾਲ ਇਹ ਵੀ ਧਿਆਨ, ਓਏ ਤੂੰ ਇਹ ਕੀ ਕੀਤਾ ਹੈਗਾ, ਤੂੰ ਉਹ ਨਹੀਂ ਕੀਤਾ ਹੈਗਾ। ਇਹਦਾ ਮਤਲਬ ਧਿਆਨ ਨਹੀਂ ਹੈ। ਜਦੋਂ ਸੱਚੇ ਮਨੋਂ ਪਰਮਾਤਮਾ ਦਾ ਨਾਮ ਜਪਾਂਗੇ, ਫਿਰ ਉਹਦੀ ਪਿਆਸ ਲੱਗੇਗੀ। ਮਾਧੋ ਜਲ ਕੀ ਪਿਆਸ ਨ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਹੁਣ ਨਾਮ ਜਪਦਿਆਂ ਜਪਦਿਆਂ, ਨਾਮ ਜਪਣ ਦੀ ਅਗਨ, ਤਾਂਘ, ਇੱਛਾ ਉੱਠੀ,
ਅਧਕਾਏ, ਬਹੁਤ ਜ਼ਿਆਦਾ ਹੋ ਗਈ, ਪ੍ਰਬਲ ਹੋ ਗਈ। ਕਿੰਨੀ ਪ੍ਰਬਲ ਹੋ ਗਈ। ਹੁਣ ਅਗਲੇ ਰਹਾਓ ਤੋਂ ਅਗਲੀ ਪੰਕਤੀ ਵੀ ਦੱਸਦੇ ਨੇ, ਤੂੰ ਜਲ ਨਿਧ ਹਉ ਜਲ ਕਾ ਮੀਨ, ਮੇਰੇ ਲਈ ਤੂੰ ਜਲ ਨਿਧ ਹੈ। ਹੁਣ ਜਲ ਤੇ ਪਹਿਲਾਂ ਵੀ ਅਸੀਂ ਪਾਣੀ ਪੜ੍ਹ ਲਿਆ। ਨਿਧ ਕਿਸ ਨੂੰ ਕਹਿੰਦੇ ਨੇ? ਖਜ਼ਾਨੇ ਨੂੰ। ਜਲ ਦਾ ਖਜ਼ਾਨਾ ਕੌਣ ਹੈ? ਸਮੁੰਦਰ। ਤੂੰ ਮੇਰੇ ਲਈ ਸਮੁੰਦਰ ਵੱਤ ਹੈ। ਹਉ ਜਲ ਕਾ ਮੀਨ, ਮੈਂ ਉਸ ਨਾਮ ਰੂਪੀ ਜਲ ਵਿੱਚ ਰਹਿਣ ਵਾਲਾ ਮੀਨ ਮੱਛੀ ਹਾਂ। ਇਹਦੇ ਮੀਨ ਕੇ ਨੰਨੇ ਨੂੰ ਕਿਉਂਕਿ ਔਂਕੜ ਲੱਗਾ, ਇਸ ਲਈ ਅਸੀਂ ਇਸ ਨੂੰ ਮੱਛ ਕਹਿ ਦਿਆਂਗੇ। ਮੈਂ ਪਾਣੀ ਵਿੱਚ ਰਹਿਣ ਵਾਲਾ ਮੱਛ ਹਾਂ। ਜਲ ਮੈਂ ਰਹੂੰ ਜਲੈ ਬਿਨ ਖੀਨ, ਜਦ ਤੀਕਰ ਮੈਂ ਜਲ ਵਿੱਚ ਰਹਿੰਦਾ ਹਾਂ ਮੈਂ ਜਿਉਂਦਾ ਹਾਂ। ਜਲੈ ਬਿਨ ਖੀਨ, ਜੇ ਮੈਨੂੰ ਪਾਣੀ ਵਿੱਚੋਂ ਤੋੜ ਦਿੱਤਾ ਜਾਏ, ਕੱਢ ਦਿੱਤਾ ਜਾਏ, ਵੱਖਰਾ ਹੋ ਜਾਵਾਂ, ਫਿਰ ਮੈਂ ਮਰ ਜਾਂਦਾ। ਰੋਜ਼ ਅਸੀਂ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਜੇ ਭੁੱਖ ਲੱਗ ਜਾਏ ਫਿਰ ਉਸ ਭੁੱਖ ਦੀ ਪੂਰਤੀ ਤੋਂ ਬਿਨਾਂ ਸ਼ਾਂਤ ਨਹੀਂ ਹੁੰਦੀ। ਬਾਣੀ ਵਿੱਚ ਬਹੁਤ ਕੁਝ ਸਮਝਾਇਆ। ਆਖਿਆ ਜਿਸ ਤਰ੍ਹਾਂ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ, ਬੂੰਦ ਵੇ ਹੋਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰਗ ਕੈ ਬੇਦਿਆ ਸਨਮੁਖ ਉਠ ਧਾਵੇ, ਪਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੇ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ। ਹੁਣ ਦੇਖੋ, ਉਸ ਗੱਲ ਨੂੰ ਸਮਝਾਉਣ ਵਾਸਤੇ ਪਹਿਲਾਂ ਮਿਸਾਲਾਂ ਦਿੱਤੀਆਂ ਨੇ। ਮੱਛੀ ਪਾਣੀ ਦੀ ਮਿਸਾਲ ਦਿੱਤੀ ਹੈ, ਮਿਰਗ ਤੇ ਕੰਡਾ ਹੇੜੇ ਦੀ ਮਿਸਾਲ ਦਿੱਤੀ ਹੈ, ਭੌਰੇ ਤੇ ਕਮਲ ਫੁੱਲ ਦੀ ਮਿਸਾਲ ਦਿੱਤੀ ਹੈ, ਪਤੰਗੇ ਤੇ ਦੀਵੇ ਦੀ ਲਾਟ ਦੀ ਮਿਸਾਲ ਦਿੱਤੀ ਹੈ। ਇਹ ਮਿਸਾਲਾਂ ਦੇ ਕੇ ਸਮਝਾਇਆ ਕਿ ਹੁਣ ਮੇਰੇ ਮਨ ਦੀ ਅਵਸਥਾ ਇਹ ਹੈ, ਮਾਧੋ ਜਲ ਕੀ ਪਿਆਸ ਨ ਜਾਏ, ਜਲ ਮੈਂ ਅਗਨ ਉਠੀ ਅਧਕਾਏ, ਰਹਾਓ ਤੂੰ ਜਲ ਨਿਧ ਹਉ ਜਲ ਕਾ ਮੀਨ। ਪਹਿਲੀ ਗੱਲ ਤਾਂ ਕਿ ਉਸ ਜਲ ਦੀ ਪਿਆਸ ਲੱਗੇ, ਫਿਰ ਉਸ ਦੇ ਨਾਲ ਜੁੜੀਏ, ਫਿਰ ਮਿਲਣ ਦੀ ਤਾਂਘ ਪੈਦਾ ਹੋਵੇਗੀ, ਔਰ ਫਿਰ ਐਸੀ ਪ੍ਰੀਤ ਬਣ ਜਾਏਗੀ ਕਿ ਤੂੰ ਜਲ ਨਿਧ ਹਉ ਜਲ ਕਾ ਮੀਨ। ਤੂੰ ਤਾਂ ਸਮੁੰਦਰ ਹੈ, ਮੈਂ ਉਸ ਸਮੁੰਦਰ ਵਿੱਚ ਰਹਿਣ ਵਾਲਾ ਮੱਛ ਹਾਂ। ਜਲ ਮੈਂ ਰਹੂੰ ਜਲੈ ਬਿਨ ਖੀਨ, ਹੁਣ ਮੇਰਾ ਜੀਵਨ ਹੀ ਤੁਸੀਂ ਬਣ ਗਏ। ਜਦੋਂ ਤੀਕਰ ਮੈਂ ਜਲ ਵਿੱਚ ਰਹਿੰਦਾ ਹਾਂ, ਭਾਵ ਤੁਹਾਡਾ ਨਾਮ ਜਪਦਾ ਹਾਂ, ਮੈਂ ਜਿਉਂਦਾ। ਜਲੈ ਬਿਨ ਖੀਨ, ਅਤੇ ਜਦੋਂ ਮੈਂ ਤੁਹਾਡੇ ਨਾਮ ਤੋਂ ਟੁੱਟ ਜਾਂਦਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਹੁਣ ਮੇਰੀ ਤੇਰੀ ਸਾਂਝ ਐਸੀ ਹੈ, ਤੂੰ ਪਿੰਜਰ ਹਉ ਸੁਵਠਾ ਤੋਰ। ਹੁਣ ਇੱਥੇ ਪਿੰਜਰ ਦਾ ਮਤਲਬ ਸਰੀਰ ਦੇ ਪਿੰਜਰੇ ਨੂੰ ਵੀ ਪਿੰਜਰ ਕਿਹਾ ਜਾਂਦਾ, ਪਰ ਇੱਥੇ ਪਿੰਜਰ ਦਾ ਮਤਲਬ ਹੈ ਪਿੰਜਰਾ। ਤੂੰ ਮੇਰੇ ਲਈ ਪਿੰਜਰਾ ਹੈ। ਹੁਣ ਪਿੰਜਰਾ ਤੇ ਸਭ ਨੇ ਦੇਖਿਆ, ਪਿੰਜਰਾ ਕਿਹੜੇ ਕੰਮ ਆਉਂਦਾ, ਪਿੰਜਰੇ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ, ਇਹ ਸਮਝਣ ਦੀ ਲੋੜ ਹੈ। ਇੱਕ ਤੋਤਾ, ਇੱਕ ਪੰਛੀ ਪਿੰਜਰੇ ਤੋਂ ਬਾਹਰ ਹੈ, ਉਹਨੂੰ ਤਾਂ ਬਿੱਲੇ ਦਾ ਡਰ ਹੈ, ਪਰ ਜਿਹੜਾ ਪਿੰਜਰੇ ਵਿੱਚ ਬੰਦ ਹੋਵੇ, ਭਾਵੇਂ ਬਿੱਲਾ ਉਸ ਦੇ ਆਲੇ ਦੁਆਲੇ ਘੁੰਮਦਾ ਰਹੇ, ਉਹਨੂੰ ਪਿੰਜਰੇ ਵਿੱਚੋਂ ਕੱਢ ਨਹੀਂ ਸਕਦਾ, ਉਹਦੇ ਉੱਤੇ ਵਾਰ ਨਹੀਂ ਕਰ ਸਕਦਾ, ਉਹਦਾ ਕੁਝ ਵਿਗਾੜ ਨਹੀਂ ਸਕਦਾ। ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਹੁਣ ਤੂੰ ਮੇਰੇ ਲਈ ਪਿੰਜਰਾ ਹੈ,
ਤੂੰ ਪਿੰਜਰ ਹਉ ਸੂਵਟਾ ਤੋਰ। ਹੁਣ ਸਾਡੇ ਵਿੱਚੋਂ ਬਹੁਤਿਆਂ ਨੂੰ ਸੂਵਟੇ ਦਾ ਪਤਾ ਹੀ ਨਹੀਂ। ਸੂਵਟਾ ਕਿਸ ਨੂੰ ਕਹਿੰਦੇ ਨੇ? ਸੂਆ ਕਹਿੰਦੇ ਨੇ ਤੋਤੇ ਨੂੰ। ਇੱਥੇ ਸੂਵਟਾ, ਮੈਂ ਕਮਜ਼ੋਰ ਜਿਹਾ ਤੋਤਾ ਹਾਂ ਔਰ ਤੂੰ ਮੇਰੇ ਲਈ ਪਿੰਜਰਾ ਹੈ। ਭਾਵ ਜਿਸ ਤਰ੍ਹਾਂ ਪਿੰਜਰੇ ਦੇ ਅੰਦਰ ਤੋਤਾ ਬੰਦ ਰਹੇ, ਉਹਨੂੰ ਕੋਈ ਖਤਰਾ ਨਹੀਂ, ਇਸੇ ਤਰ੍ਹਾਂ ਜਦੋਂ ਤੀਕਰ ਮੈਂ ਤੁਹਾਡੇ ਨਾਮ ਨਾਲ ਜੁੜਿਆ ਹੋਇਆ, ਜੰਮ ਮੰਝਾਰ ਕਹਾਂ ਕਰੇ ਮੋਰ। ਹੁਣ ਮੰਝਾਰ ਸ਼ਬਦ ਵੀ ਬਹੁਤਿਆਂ ਲਈ ਉਪਰਾ ਹੈ। ਮੰਝਾਰ ਦਾ ਕੀ ਮਤਲਬ ਹੈ? ਮੰਝਾਰ ਕਹਿੰਦੇ ਨੇ ਬਿੱਲੇ ਨੂੰ। ਇਹ ਮਿਸਾਲ ਦੇ ਕੇ ਸਮਝਾਇਆ। ਹੁਣ ਮੈਨੂੰ ਜੰਮ ਰੂਪੀ ਬਿੱਲਾ ਕੀ ਕਰ ਸਕਦਾ? ਹੁਣ ਮੇਰਾ ਕੀ ਵਿਗਾੜ ਸਕਦਾ? ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ। ਇਸੇ ਲਈ ਗੁਰਬਾਣੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੌਖੇ ਜਿਹੇ ਤਰੀਕੇ ਨਾਲ ਕਿਹਾ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਆਖਿਆ ਜਿਹੜਾ ਨਿਰਭਉ ਦਾ ਸਿਮਰਨ ਕਰੇਗਾ, ਉਹਦੇ ਹਰ ਤਰ੍ਹਾਂ ਦਾ ਭਉ ਡਰ ਦੂਰ ਹੋ ਜਾਏ। ਇਹ ਹੁਣ ਸਮਝਾਉਣ ਦਾ ਤਰੀਕਾ ਹੈ ਜੋ ਭਗਤ ਜੀ ਨੇ ਸਾਡੇ ਤੇ ਕਿਰਪਾ ਕੀਤੀ। ਜਿਹੜਾ ਜੀਵ ਸਾਡੇ ਵਿੱਚੋਂ ਉਸ ਦੇ ਨਾਮ ਨੂੰ ਆਪਣੇ ਲਈ ਪਿੰਜਰਾ ਸਮਝ ਲਏਗਾ ਤੇ ਆਪਣੇ ਆਪ ਨੂੰ ਉਸ ਪਿੰਜਰੇ ਦਾ ਤੋਤਾ ਬਣਾ ਲਏਗਾ, ਉਹਨੂੰ ਫਿਰ ਜੰਮ ਦਾ ਡਰ ਨਹੀਂ ਰਹੇਗਾ। ਤੂੰ ਪਿੰਜਰ ਹਉ ਸੂਵਟਾ ਤੋਰ, ਜੰਮ ਮੰਝਾਰ ਕਾਹਾ ਕਰੇ ਮੋਰ। ਹੁਣ ਜੰਮ ਰੂਪੀ ਬਿੱਲਾ ਮੇਰਾ ਕੀ ਵਿਗਾੜ ਸਕਦਾ? ਮੇਰੇ ਨੇੜੇ ਨਹੀਂ ਆ ਸਕਦਾ, ਮੇਰੀ ਹਵਾ ਵੱਲ ਨਹੀਂ ਵੇਖ ਸਕਦਾ। ਸਾਰੀ ਗੁਰਬਾਣੀ ਉਹ ਕਹਿ ਰਹੀ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ, ਉਹ ਅਮਰ ਹੋ ਗਏ। ਉਹਨਾਂ ਨੂੰ ਅਮਰਾ ਪਦ ਦੀ ਪ੍ਰਾਪਤੀ ਹੋ ਗਈ ਹੈ। तो कितनी सरल शब्दावली वरत के पर विचार किए तो बिना समझ नहीं आए। समझ आए तो बिना प्रेरणा नहीं होगी। समझ आए तो बिना सानू परमात्मा दे नाम दी कीमत नहीं पता लगे। बाणी विच बड़े प्रमाण देते हैं। हुण कोई आखे जी बाणी च लिखिया कि अमली अमल की गल कीती है फलाने फलाने, भाई उसका भाव समझो। आखिया मेरी प्रीत हुण ऐसी प्रबल हो गई है कि अमली अमर ना अंबड़े मच्छी नीर ना होए। जिमें अमली नूं अमल ना मिले उहदी हालत की है, जिमें मच्छी नूं पानी विचों कढ़ दे उहदी की हालत। कहंदे हुण मेरी ऐसी अवस्था बन गई है, इन्नी प्रीत तुहाडे नाल जुड़ गई है। माधो जल की प्यास न जाए, जल में अगन उठी अदकाए। रहाओ तू जल निध हाँ जल का मीन, जल में रहूं जले बिन खीन। तू पिंजर हाँ सुवटा तोर, जम मंझार कहा करे मोर। तू तरवर हाँ पंखी आहे, मंदभागी तेरो दर्शन नाए। आख्या तू मेरा सोहना जिहा दरख्त है। तरवर का मतलब है दरख्त। हाँ पंखी आहे, मैं इस दरख्त उत्ते रहन वाला एक छोटा जिहा पंछी हाँ, पर इन्ना तेरे नेड़े हो के भी मैं मंदभागी हाँ। तेरो दर्शन ना है, मैनू तेरे दर्शन नहीं हो रहे। एक वो बिरे की निशानी है, विछोड़े की एक पीड़ा है, जिसनों बाणी विच कई रूपों में समझाया। फरीदा बिरहा बिरहा आखी है, बिरहा तू सुल्तान। फरीदा जितन बिरा न उपजै, सो तन जान मसान।
ਹੁਣ ਸਾਨੂੰ ਹੋਰ ਹੋਰ ਚੀਜ਼ਾਂ ਦੀ ਤੇ ਬੜੀ ਇੱਛਾ, ਇਸੇ ਦੀ ਬਾਣੀ ਪਾਤਸ਼ਾਹ ਕਹਿੰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ। ਆਖਿਆ ਇਹ ਚੀਜ਼ਾਂ ਤੇ ਯਾਦ ਨੇ। ਖਾਣ ਵੇਲੇ ਅਸੀਂ ਰੌਲਾ ਪਾਉਂਦੇ ਹਾਂ ਭੁੱਖ ਲੱਗੀ ਹੈ, ਪੀਣ ਵੇਲੇ ਅਸੀਂ ਨਾ ਹੁਣ ਪਿਆਸ ਲੱਗੀ, ਹੱਸਣ ਵੇਲੇ ਅਸੀਂ ਨੇ ਜੇ ਤੇ ਹੱਸਣ ਦਾ ਟਾਈਮ ਹੈ, ਪਰ ਮਰਨਾ ਬਿਲਕੁਲ ਭੁੱਲਿਆ ਹੋਇਆ। ਯਾਨੀ ਸੰਤ ਸਿੰਘ ਜੀ ਮਸਕੀਨ ਕਿਹਾ ਕਰਦੇ ਸਨ, ਭਾਈ 92 ਸਾਲ ਦਾ ਹੋ ਕੇ 92ਵਾਂ ਜਨਮ ਦਿਨ ਮਨਾਉਣ ਦਾ ਫਿਕਰ ਹੈ, ਮਰਨ ਦਿਨ ਚੇਤੇ ਹੀ ਨਹੀਂ ਹੈਗਾ। ਨਹੀਂ ਭਾਈ, ਉਹ ਵੀ ਯਾਦ ਰੱਖੀ ਤੇ ਤਰਲਾ ਲਈਏ, ਹੈ ਵਾਹਿਗੁਰੂ ਤੂੰ ਤਰਵਰ ਹਉ ਪੰਖੀ ਆਏ, ਮੰਦ ਭਾਗੀ ਤੇਰੋ ਦਰਸ਼ਨ ਨਾਏ, ਤੂੰ ਸਤਿਗੁਰ ਹਉ ਨੌ ਤਨ ਚੇਲਾ। ਆਖਿਆ ਤੂੰ ਮੇਰਾ ਸਤਿਗੁਰੂ ਹੈ, ਤੂੰ ਮੈਨੂੰ ਮੱਤ ਦੇਣ ਵਾਲਾ ਹੈ, ਤੂੰ ਮੈਨੂੰ ਜੀਵਨ ਜਾਚ ਦੱਸਣ ਵਾਲਾ ਹੈ। ਹਉ ਨੌ ਤਨ ਚੇਲਾ, ਮੈਂ ਤੇਰਾ ਨਵਾਂ ਚੇਲਾ। ਜਿਵੇਂ ਨਵਾਂ ਚੇਲਾ ਹੋਵੇ ਨਾ ਕੋਈ, ਉਹਨੂੰ ਫਿਰ ਸਾਰੀਆਂ ਗੱਲਾਂ ਦੱਸਣੀਆਂ ਪੈਂਦੀਆਂ ਨੇ, ਉਹਨੂੰ ਰੋਜ਼ ਸਿਖਾਉਣਾ ਪੈਂਦਾ, ਆਹ ਨਹੀਂ ਕਰਨਾ, ਆਹ ਕਰਨਾ, ਇੱਧਰ ਜਾਣਾ, ਇੱਧਰ ਨਹੀਂ ਜਾਣਾ। ਇਸੇ ਤਰ੍ਹਾਂ ਤੂੰ ਮੇਰੇ ਲਈ ਸਤਿਗੁਰੂ ਹੈ ਤੇ ਮੈਂ ਤੇਰਾ ਨਵਾਂ, ਜਿਹਨੂੰ ਨਵਾਂ ਸਿਖੰਦੜ ਹੋਵੇ ਨਾ, ਉਹਨੂੰ ਫਿਰ ਸਿਖਾਉਣਾ ਪੈਂਦਾ। ਅਸੀਂ ਤੇ ਕਹਿੰਦੇ ਜੀ ਸਭ ਸਿੱਖੇ ਸਿਖਾਏ, ਕੋਈ ਸਾਨੂੰ ਸਮਝਾਵੇ, ਕੋਈ ਸਾਨੂੰ ਦੱਸੇ, ਸਾਨੂੰ ਸਭ ਪਤਾ ਹੈ ਜੀ, ਅਸੀਂ ਸਭ ਜਾਣਦੇ ਹਾਂ ਜੀ, ਤੁਹਾਡਾ ਕੀ ਖਿਆਲ ਹੈ ਸਾਨੂੰ ਪਤਾ ਨਹੀਂ। ਇਹ ਹਾਲਤ ਸਾਡੀ। ਪਰ ਕਬੀਰ ਜੀ ਕਹਿੰਦੇ ਨਹੀਂ, ਤੂੰ ਸਤਿਗੁਰ ਹਉ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਵੇਲਾ। ਆਖਿਆ ਹੁਣ ਤੇ ਇਹ ਜਿਹੜਾ ਮਨੁੱਖਾ ਜਨਮ ਹੈ, ਇਹ ਅੰਤ ਕੀ ਵੇਲਾ ਹੈ, ਕਿਉਂਕਿ 84 ਲੱਖ ਜੂਨ ਵਿੱਚ ਭਟਕਣ ਤੋਂ ਬਾਅਦ ਹੁਣ ਮਨੁੱਖਾ ਜਨਮ ਮਿਲਿਆ। ਇਹ ਅੰਤ ਕੀ ਵੇਲਾ ਹੈ, ਤਥਾ ਮੇਰੇ ਜੀਵਨ ਦਾ ਇਹ ਆਖਰੀ ਸਮਾਂ ਹੈ, ਮੇਰੇ ਤੇ ਕਿਰਪਾ ਕਰੋ। ਪਰ ਅਸੀਂ ਪਰਵਾਹ ਹੀ ਨਹੀਂ ਕਰਦੇ। ਸਾਨੂੰ ਕੋ ਕਹੇ ਅੰਮ੍ਰਿਤ ਛਕ ਲਓ, ਕੋਈ ਨਹੀਂ ਜੀ, ਹਾਲੀ ਸਾਡੇ ਖਾਣ ਪੀਣ ਦਾ ਟਾਈਮ ਹੈ। ਭਾਈ ਸਮਾਂ ਲੰਘਦਾ ਜਾਂਦਾ, ਅਸੀਂ ਕਿਹੜਾ ਬੁੱਢੇ ਹੋ ਗਏ। ਅਰੇ ਕਿਸੇ ਨੂੰ ਪਤਾ ਹੈ ਘੜੀ ਕੇ ਮੌਤ ਕੇ ਚੱਲਣਾ, ਅੱਜ ਕੇ ਕੱਲ ਕੋਈ ਪਤਾ ਹੀ ਨਹੀਂ ਕਦੋਂ ਚੱਲ ਪੈਣਾ। ਘੜੀ ਮੌਤ ਕੇ ਚੱਲਣਾ, ਇਹ ਤੇ ਕੋਈ ਸਮੇਂ ਦਾ ਪਤਾ ਹੀ ਨਹੀਂ ਕਿਸੇ ਨੂੰ। ਇਸ ਵਾਸਤੇ ਭਗਤ ਜੀ ਦੇ ਇਹਨਾਂ ਸ਼ਬਦਾਂ ਤੋਂ ਪ੍ਰੇਰਨਾ ਲਈਏ ਔਰ ਆਪਣੇ ਅੰਦਰ ਪਰਮਾਤਮਾ ਲਈ ਮਿਲਣ ਦੀ ਤਾਂਘ ਪੈਦਾ ਕਰੀਏ। ਫਿਰ ਪੜੋ, ਫਿਰ ਵਿਚਾਰੋ। ਮਾਧੋ ਜਲ ਕੀ ਪਿਆਸ ਨ ਜਾਏ, ਜਲ ਮੈਂ ਅਗਨ ਉਠੀ ਅਦਕਾਏ ਰਹਾਓ। ਤੂੰ ਜਲ ਨਿਧ ਹਉ ਜਲ ਕਾ ਮੀਨ, ਜਲ ਮੈਂ ਰਹੂੰ ਜਲੈ ਬਿਨ ਖੀਨ। ਤੂੰ ਪਿੰਜਰ ਹਉ ਸੁਵਟਾ ਤੋਰ, ਜਮ ਜਾਰ ਕਹਾਂ ਕਰੇ ਮੋਰ। ਤੂੰ ਤਰਵਰ ਹਉ ਪੰਖੀ ਆਏ, ਮੰਦ ਭਾਗੀ ਤੇਰੋ ਦਰਸ਼ਨ ਨਾਏ। ਤੂੰ ਸਤਿਗੁਰ ਹਉ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਵੇਲਾ। ਸ਼ਬਦ ਦੇ ਆਕਾਰ ਵੱਲ ਨਾ ਦੇਖੋ, ਸ਼ਬਦ ਦੇ ਭਾਵ ਵੱਲ ਦੇਖੋ। ਸ਼ਬਦ ਤੋਂ ਪ੍ਰੇਰਨਾ ਲਵੋ ਅਤੇ ਇਸ ਤਰ੍ਹਾਂ ਪਿਆਰ ਵਿੱਚ ਆ ਕੇ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਵਾਹਿਗੁਰੂ ਕਿਰਪਾ ਕਰੋ, ਸਾਨੂੰ ਕੋਈ ਪਤਾ ਨਹੀਂ ਕਿਤਨਾ ਸਮਾਂ ਬਾਕੀ ਹੈ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।